Hello, dear students. You're welcome in today's session. Today we will discuss the topic grammar, making grammar meaningful and fun. ਅਕਸਰ ਵਿਦਿਆਰਥੀ ਗ੍ਰਾਮਰ ਨੂੰ ਸਮਝਣ 'ਚ ਦਿੱਕਤ ਮਹਿਸੂਸ ਕਰਦੇ ਨੇ ਤਾਂ ਉਸੇ ਨਾਲ ਸੰਬੰਧਿਤ ਟੌਪਿਕ ਹੈ ਕਿ ਅਸੀਂ ਗ੍ਰਾਮਰ ਨੂੰ ਮੀਨਿੰਗਫੁਲ ਕਿਸ ਤਰ੍ਹਾਂ ਬਣਾਉਣਾ ਹੈ। ਇਹ ਤੁਹਾਡੇ ਐਗਜ਼ਾਮ ਸਟਾਈਲ ਕੁਐਸਚਨ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਗ੍ਰਾਮਰ ਦਾ ਮੀਨਿੰਗ ਤੇ ਡੈਫੀਨੇਸ਼ਨ ਕਰਦੇ ਹਾਂ। ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ, ਲੈਂਗੁਏਜ ਇਜ਼ ਦ ਵਹੀਕਲ ਆਫ ਆਰ ਥਾਟਸ ਐਂਡ ਫੀਲਿੰਗਸ। ਭਾਸ਼ਾ ਸਾਡੇ ਭਾਵਨਾਵਾਂ ਤੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੈ। ਐਂਡ ਆਫ ਆਰ ਸਟੋਰੀਜ਼, ਤੇ ਸਾਡੇ ਕਹਾਣੀਆਂ ਦਾ, ਵੈਦਰ ਟਰੂ ਔਰ ਨੋਟ, ਸਹੀ ਹੈ ਜਾਂ ਗਲਤ ਹੈ। ਐਂਡ ਗ੍ਰਾਮਰ ਇਜ਼ ਦ ਮਸ਼ੀਨਰੀ ਬਾਈ ਵਿਚ ਦੈਟ ਵਹੀਕਲ ਇਜ਼ ਸੈਟ ਇਨ ਮੋਸ਼ਨ। ਤੇ ਗ੍ਰਾਮਰ ਉਹ ਮਸ਼ੀਨ ਹੈ ਜਿਸ ਨਾਲ ਇਸ ਵਹੀਕਲ ਨੂੰ ਗਤੀ ਵਿੱਚ ਲਿਆਂਦਾ ਜਾਂਦਾ ਹੈ। ਭਾਵ ਕਿ ਗ੍ਰਾਮਰ ਦੇ ਨਾਲ ਅਸੀਂ ਸਹੀ ਤਰੀਕੇ ਨਾਲ ਆਪਣੇ ਭਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ। ਇਹ ਆਈ.ਏ. ਗੌਰਡਨ ਐਡਨਟਸ ਨੇ ਕਿਹਾ ਹੈ, ਤਾਂ ਬਿਲਕੁਲ ਸਹੀ ਹੈ ਕਿ ਭਾਸ਼ਾ ਨਾਲ ਅਸੀਂ ਵਿਚਾਰ ਪ੍ਰਗਟ ਕਰਦੇ ਹਾਂ। ਉਸਨੂੰ ਸਹੀ ਰੂਪ 'ਚ ਪ੍ਰਗਟ ਕਰਨ ਲਈ ਸਾਨੂੰ ਗ੍ਰਾਮਰ ਦੀ ਜ਼ਰੂਰਤ ਪੈਂਦੀ ਹੈ। ਤਾਂ ਗ੍ਰਾਮਰ ਕੀ ਹੈ? ਇਜ਼ ਦ ਥਿਊਰੀ ਆਫ ਲੈਂਗੁਏਜ। ਕੀ ਹੈ ਗ੍ਰਾਮਰ? ਇਜ਼ ਦ ਥਿਊਰੀ ਆਫ ਲੈਂਗੁਏਜ। ਥਿਊਰੀ ਹੈ ਉਸਦੀ ਲੈਂਗੁਏਜ ਦੀ, ਕਿ ਆਪਾਂ ਨੂੰ ਨਿਯਮਾਂ ਦਾ ਪਤਾ ਲੱਗਦਾ ਕਿ ਕਿੰਨਾ ਰੂਲਸ ਦੀ ਆਪਾਂ ਪਾਲਣਾ ਕਰਕੇ ਭਾਸ਼ਾ ਨੂੰ ਸਹੀ ਰੂਪ ਵਿੱਚ ਬੋਲ ਜਾਂ ਲਿਖ ਸਕਦੇ ਹਾਂ। ਇਟ ਇਜ਼ ਦ ਸਟੱਡੀ ਆਫ ਦ ਆਰਗੇਨਾਈਜੇਸ਼ਨ ਆਫ ਵਰਡਸ ਇਨਟੂ ਸੈਂਟੈਂਸਸ। ਇਹ ਹੈ ਕਿ ਸ਼ਬਦਾਂ ਨੂੰ ਵਾਕਾਂ ਵਿੱਚ ਕਿਸ ਤਰ੍ਹਾਂ ਲਿਖਣਾ ਹੈ, ਕਿਸ ਤਰ੍ਹਾਂ ਪ੍ਰਗਟ ਕਰਨਾ ਹੈ, ਉਸ ਦਾ ਅਧਿਐਨ ਹੈ। ਆਰਗੇਨਾਈਜੇਸ਼ਨ ਆਫ ਵਰਡਸ ਇਨਟੂ ਸੈਂਟੈਂਸਸ। Every language has a unique set of rules called grammar. ਤਾਂ ਹਰ ਇੱਕ ਭਾਸ਼ਾ ਦੇ ਆਪਣੇ ਨਿਯਮ ਹੁੰਦੇ ਨੇ, ਉਸ ਨੂੰ ਅਸੀਂ ਕਹਿੰਦੇ ਹਾਂ ਗ੍ਰਾਮਰ। ਇਹਦੀ ਸਟੱਡੀ ਕਿਉਂ ਇੰਪੋਰਟੈਂਟ ਹੈ? ਇਹਦੀ ਸਟੱਡੀ ਇੰਪੋਰਟੈਂਟ ਹੈ ਭਾਵੇਂ ਕਿ ਆਪਾਂ ਫਸਟ ਲੈਂਗੁਏਜ ਦੇ ਤੌਰ 'ਤੇ ਇੰਗਲਿਸ਼ ਪੜ੍ਹ ਰਹੇ ਹਾਂ ਜਾਂ ਸੈਕਿੰਡ ਲੈਂਗੁਏਜ ਦੇ ਤੌਰ 'ਤੇ, ਕਿਉਂਕਿ ਆਪਾਂ ਨੂੰ ਜਿਹੜਾ ਸੈਕਿੰਡ ਲੈਂਗੁਏਜ ਜਾਂ ਫੋਰਨ ਲੈਂਗੁਏਜ ਪੜ੍ਹਦਾ ਵਿਦਿਆਰਥੀ, ਉਸ ਨੂੰ ਤਾਂ ਜ਼ਿਆਦਾ ਐਫਰਟ ਕਰਨੀ ਪੈਂਦੀ ਹੈ ਟੂ ਮੇਕ ਕੌਨਸ਼ੀਅਸ ਐਫਰਟਸ ਟੂ ਲਰਨ ਦ ਲੈਂਗੁਏਜ। ਜਿਹੜਾ ਨੇਟਿਵ ਸਪੀਕਰ ਹੈ, ਨੇਟਿਵ ਸਪੀਕਰ ਭਾਵ ਜਿਵੇਂ ਆਪਾਂ ਪੰਜਾਬੀ ਬੋਲਦੇ ਹਾਂ ਤਾਂ ਆਪਾਂ ਪੰਜਾਬੀ ਦੇ ਨੇਟਿਵ ਸਪੀਕਰ ਹਾਂ, ਉਹਨਾਂ ਨੂੰ ਵੀ ਗ੍ਰਾਮਰ ਦੀ ਜ਼ਰੂਰਤ ਭਾਵੇਂ ਪੈਂਦੀ ਹੈ, ਪਰ ਉਹ ਇੰਟਰਨਲਾਈਜ਼ ਹੋ ਜਾਂਦਾ ਹੈ। ਮਤਲਬ ਆਪਣੇ ਆਪ ਹੌਲੀ ਹੌਲੀ ਸਹਿਜੇ ਆਉਂਦਾ ਰਹਿੰਦਾ, ਉਸਨੂੰ ਜ਼ਿਆਦਾ ਉਸ 'ਤੇ ਜ਼ੋਰ ਦੇਣ ਦੀ ਲੋੜ ਨਹੀਂ ਪੈਂਦੀ। ਪਰ ਇੰਗਲਿਸ਼ ਵਾਸਤੇ ਸਾਨੂੰ ਸਪੈਸ਼ਲ ਐਫਰਟਸ ਕਰਨੀਆਂ ਪੈਂਦੀਆਂ ਨੇ। ਇਸ ਕਰਕੇ ਸਾਨੂੰ ਸੈਕਿੰਡ ਲੈਂਗੁਏਜ ਜਾਂ ਫੋਰਨ ਲੈਂਗੁਏਜ ਲਰਨਰਸ ਨੂੰ ਜ਼ਿਆਦਾ ਗ੍ਰਾਮਰ ਦੀ ਜ਼ਰੂਰਤ ਪੈਂਦੀ ਹੈ। ਤਾਂ ਗ੍ਰਾਮਰ ਕੀ ਹੈ? ਜੇ ਆਪਾਂ ਇਨ ਜਨਰਲ ਸੋਚੀਏ ਤਾਂ ਦ ਸਿਸਟੇਮੈਟਿਕ ਸਟੱਡੀ ਐਂਡ ਡਿਸਕ੍ਰਿਪਸ਼ਨ ਆਫ ਅ ਲੈਂਗੁਏਜ। ਭਾਸ਼ਾ ਦਾ ਸਿਸਟੇਮੈਟਿਕ ਤਰਤੀਬਬੱਧ ਅਧਿਐਨ। ਅ ਸੈਟ ਆਫ ਰੂਲਸ ਐਂਡ ਐਗਜ਼ਾਮਪਲਸ ਡੀਲਿੰਗ ਵਿਦ ਦ ਸਿੰਟੈਕਸ ਐਂਡ ਵਰਡ ਸਟਰਕਚਰਸ ਆਫ ਅ ਲੈਂਗੁਏਜ। ਸੀਮੈਂਟਿਕਸ ਦੇ ਨਾਲ ਵੀ ਇਹਦਾ ਸੰਬੰਧ ਹੈ। ਅਤੇ ਕੀ ਹੈ ਸਿੰਟੈਕਸ? ਕੀ ਹੈ ਸਿੰਟੈਕਸ? ਹੈਗਾ ਵਰਡ ਫੋਰਮੇਸ਼ਨ, ਵਰਡ ਸਟਰਕਚਰ, ਮੋਰਫੋਲੋਜੀ। ਫਨੀਮਸ ਤੋਂ ਬਾਅਦ ਮੋਰਫੀਮਸ ਆ ਜਾਂਦੀਆਂ ਨੇ। ਸ਼ਬਦ ਬਣਾਉਣੇ, ਜਿਹੜਾ ਮੀਨਿੰਗਫੁਲ ਸ਼ਬਦ ਬਣਾਉਣਾ, ਉਹਨਾਂ ਸ਼ਬਦਾਂ ਨੂੰ ਸਮਝਣ ਲਈ ਅਤੇ ਸ਼ਬਦਾਂ ਨੂੰ ਵਾਕਾਂ ਵਿੱਚ ਲਿਖਣ ਵਾਸਤੇ ਜਿਹੜੇ ਰੂਲਸ ਦੀ ਜ਼ਰੂਰਤ ਹੈ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਗ੍ਰਾਮਰ। ਕਲੀਅਰ? ਤਾਂ ਗ੍ਰਾਮਰ ਕੰਪਰਾਈਜ਼ਸ ਰੂਲਸ ਆਫ ਅ ਲੈਂਗੁਏਜ। ਭਾਸ਼ਾ ਦੇ ਉਹ ਰੂਲ ਹਨ ਗਵਰਨਿੰਗ ਦ ਸਾਊਂਡਸ ਨੂੰ ਗਵਰਨ ਕਰਦੇ ਨੇ, ਜਿਹੜੇ ਵਰਡਸ ਨੂੰ, ਸੈਂਟੈਂਸਸ ਨੂੰ ਐਂਡ ਅਦਰ ਐਲੀਮੈਂਟਸ, ਕਿਉਂਕਿ ਸੈਂਟੈਂਸਸ ਦੇ ਨਾਲ ਬਹੁਤ ਸਾਰੇ ਐਲੀਮੈਂਟਸ ਹੋਰ ਵੀ ਹੁੰਦੇ ਨੇ, ਐਜ਼ ਵੈਲ ਐਜ਼ ਦੇਅਰ ਕੰਬੀਨੇਸ਼ਨ ਐਂਡ ਇੰਟਰਪ੍ਰੀਟੇਸ਼ਨ। ਉਹਨਾਂ ਦਾ ਆਪਸ ਵਿੱਚ ਕਿਸ ਤਰ੍ਹਾਂ ਦਾ ਕੰਬੀਨੇਸ਼ਨ ਹੈ, ਸ਼ਬਦਾਂ ਦਾ ਸ਼ਬਦਾਂ ਨਾਲ ਅਤੇ ਵਾਕਾਂ ਦੇ ਵਿੱਚ ਸ਼ਬਦਾਂ ਦਾ, ਅਤੇ ਇੰਟਰਪ੍ਰੇਟ ਕਿਸ ਤਰ੍ਹਾਂ ਕਰ ਸਕਦੇ ਹਾਂ। ਇਹ ਡੈਫੀਨੇਸ਼ਨ ਦਿੱਤੀ ਹੈ ਨਿਊ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਨੇ। ਤਾਂ ਆਪਾਂ ਨੂੰ ਲਈ ਈਜ਼ੀ ਕਿਵੇਂ ਹੈ ਕਿ ਕਿਹੜੇ ਰੂਲਸ ਨੂੰ ਕੰਪਰਾਈਜ਼ ਕਰਦੇ ਗ੍ਰਾਮਰ? ਸਾਊਂਡਸ, ਵਰਡ, ਸੈਂਟੈਂਸ ਅਤੇ ਅਦਰ ਐਲੀਮੈਂਟਸ। ਇਹ ਚੀਜ਼ਾਂ ਸਾਨੂੰ ਪਤਾ ਹੀ। ਦੇਖੋ ਪਹਿਲਾਂ ਸਭ ਤੋਂ ਪਹਿਲਾਂ ਸਾਊਂਡਸ ਆਉਂਦੀਆਂ, ਫਿਰ ਸਾਊਂਡਸ ਤੋਂ ਆਪਾਂ ਵਰਡਸ ਅੱਗੇ ਕਰਦੇ ਹਾਂ, ਵਰਡਸ ਦੀ ਤੋਂ ਸਟਰਕਚਰ ਕੀਤੇ ਜਾਂਦੇ ਨੇ, ਸੈਂਟੈਂਸਸ ਅਤੇ ਅਦਰ ਐਲੀਮੈਂਟਸ ਨਾਲ ਹੀ ਆ ਜਾਂਦੇ ਨੇ। ਇਹਨਾਂ ਸਾਰਿਆਂ ਦਾ ਕੰਬੀਨੇਸ਼ਨ ਅਤੇ ਇਹਨਾਂ ਦੀ ਇੰਟਰਪ੍ਰੀਟੇਸ਼ਨ। ਹਾਂਜੀ, ਨੈਕਸਟ ਡੈਫੀਨੇਸ਼ਨ ਆਪਾਂ ਦੇਖਦੇ ਹਾਂ ਆਕਸਫੋਰਡ ਅਮੈਰੀਕਨ ਡਿਕਸ਼ਨਰੀ ਦੀ। ਦ ਸਟੱਡੀ ਆਫ ਵਰਡਸ ਐਂਡ ਦ ਰੂਲ ਫਾਰ ਦੇਅਰ ਫਾਰਮੇਸ਼ਨ। ਸ਼ਬਦ ਅਤੇ ਰੂਲ ਉਹਨਾਂ ਨੂੰ ਬਣਾਉਣ ਲਈ, ਐਂਡ ਦੇਅਰ ਰਿਲੇਸ਼ਨਸ਼ਿਪਸ ਟੂ ਈਚ ਅਦਰ ਇਨ ਸੈਂਟੈਂਸਸ, ਅਤੇ ਵਾਕਾਂ ਦੇ ਵਿੱਚ ਉਹਨਾਂ ਦਾ ਆਪਸੀ ਸੰਬੰਧ। ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਆਪਾਂ। ਦ ਰੂਲਸ ਦੈਮਸੈਲਵਸ, ਆਪਣੇ ਆਪ 'ਚ ਨਿਯਮ। ਸਪੀਚ ਔਰ ਰਾਈਟਿੰਗ ਜਜਡ ਐਜ਼ ਗੁੱਡ ਔਰ ਬੈਡ ਅਕੋਰਡਿੰਗ ਟੂ ਦੀਜ਼ ਰੂਲਸ।
ਜਿਹੜੀ ਸਪੀਚ ਸਾਡਾ ਬੋਲਣਾ ਹੈ ਅਤੇ ਲਿਖਣਾ ਉਹ ਇਹਨਾਂ ਰੂਲਸ ਦੇ ਅਕੋਰਡਿੰਗ ਜੱਜ ਕੀਤੀ ਜਾਂਦੀ ਹੈ ਕਿ ਚੰਗੀ ਜਾਂ ਮਾੜੀ। ਕਿਉਂਕਿ ਤੁਹਾਨੂੰ ਮੈਂ ਅਕਸਰ ਐਗਜ਼ਾਮਪਲ ਦਿੰਦੀ ਹਾਂ, ਜਿਵੇਂ ਆਪਾਂ ਪੰਜਾਬੀ ਵਿੱਚ ਵੀ ਵਾਕ ਬੋਲਦੇ ਹਾਂ, ਮੈਂ ਜਾ ਰਿਹਾ ਬਾਜ਼ਾਰ, ਸਮਝ ਜ਼ਰੂਰ ਆ ਗਿਆ ਮੈਂ ਜਾ ਰਿਹਾ ਬਾਜ਼ਾਰ, ਪਰ ਉਹ ਗ੍ਰਾਮੈਟੀਕਲੀ ਰੋਂਗ ਹੈ। ਤਾਂ ਮੈਂ ਬਾਜ਼ਾਰ ਜਾ ਰਿਹਾ ਹਾਂ, ਤਾਂ ਇੱਕ ਸੀਕੁਐਂਸ ਹੈ ਅਲੱਗ-ਅਲੱਗ ਵਰਡਸ ਨੂੰ ਕਿਸ ਤਰ੍ਹਾਂ ਆਪਾਂ ਸੈਂਟੈਂਸ ਦੇ ਵਿੱਚ ਔਰਗੇਨਾਈਜ਼ ਕਰਨਾ। ਤਾਂ ਇਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਆਈ ਐਮ ਗੋਇੰਗ ਟੂ ਦ ਮਾਰਕੀਟ, ਰਾਈਟ, ਕਿ ਕਿਸ ਤਰ੍ਹਾਂ ਨਾਊਨ ਕਿੱਥੇ ਆਏਗਾ ਅਤੇ ਵਰਬ ਕਿੱਥੇ ਆਉਣੀ ਹੈ, ਲਿੰਕਿੰਗ ਵਰਬ ਕਿੱਥੇ ਆਉਣੀ ਹੈ। ਅਤੇ ਜੇ ਆਪਾਂ ਕਹੀਏ ਗੋਇੰਗ ਟੂ ਦ ਮਾਰਕੀਟ, ਆਪਾਂ ਨੂੰ ਮੀਨਿੰਗ ਚਾਹੇ ਕਲੀਅਰ ਹੈ ਸਪੀਚ ਦੇ ਵਿੱਚ, ਪਰ ਫੁੱਲ ਸੈਂਟੈਂਸ ਨਹੀਂ ਹੈ ਇਹਦੇ, ਤਾਂ ਉਹੀ ਚੀਜ਼ ਗ੍ਰਾਮਰ ਹੈ। ਇਸੇ ਕਰਕੇ ਆਪਾਂ ਲਿਖਿਆ ਸਪੀਚ ਔਰ ਰਾਈਟਿੰਗ ਜਸਟ ਐਜ਼ ਗੁੱਡ ਔਰ ਬੈਡ, ਚੰਗੇ ਜਾਂ ਮਾੜੇ ਦਾ। ਭਾਵੇਂ ਕਿ ਅੱਜ ਕੱਲ੍ਹ ਸਿਰਫ ਸਪੋਕਨ ਫਾਰਮ 'ਤੇ ਜ਼ੋਰ ਦਿੱਤਾ ਜਾ ਰਿਹਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਹਿਲਾਂ ਆਪਾਂ ਕਰ ਰਹੇ ਹਾਂ ਡੈਫੀਨੇਸ਼ਨਸ। ਤਾਂ ਇਹਨਾਂ ਡੈਫੀਨੇਸ਼ਨ ਦੇ ਆਧਾਰ 'ਤੇ ਅਸੀਂ ਕੀ ਕਹਿ ਸਕਦੇ ਹਾਂ, ਆਪਾਂ ਕੁਛ ਪੁਆਇੰਟਸ ਬਣਾ ਲੈਂਦੇ ਹਾਂ। ਬਹੁਤ ਘੱਟ ਪੁਆਇੰਟਸ ਹੀ ਤੁਹਾਨੂੰ ਮੈਂ ਇੱਥੇ ਸ਼ੋਅ ਕੀਤੇ, ਅਗਰ ਤੁਸੀਂ ਆਪਣੇ ਕੋਲੋਂ ਹੋਰ ਐਡ ਕਰਨਾ ਚਾਹੁੰਦੇ ਕਰ ਸਕਦੇ ਹੋ, ਕਿਉਂਕਿ ਬਹੁਤ ਜ਼ਿਆਦਾ ਵੱਡਾ ਹੁੰਦਾ ਸੀ ਫਿਰ ਇਹ ਟੌਪਿਕ। ਐਵਰੀ ਲੈਂਗੁਏਜ ਹੈਜ਼ ਇਟਸ ਔਨ ਸੈਟ ਆਫ ਰੂਲਸ ਕਾਲਡ ਗ੍ਰਾਮਰ, ਪਹਿਲਾਂ ਵੀ ਦੱਸਤਾ ਤੁਹਾਨੂੰ। ਹਰ ਇੱਕ ਭਾਸ਼ਾ ਦੇ ਆਪਣੇ ਅਲੱਗ ਰੂਲਸ ਨੇ। ਇਟ ਇਜ਼ ਅ ਥਿਊਰੀ ਆਫ ਦ ਲੈਂਗੁਏਜ, ਇਹ ਵੀ ਹੋ ਗਿਆ। ਇਟਸ ਅ ਸਟੱਡੀ ਆਫ ਆਰਗੇਨਾਈਜੇਸ਼ਨ ਆਫ ਵਰਡਸ ਇਨਟੂ ਸੈਂਟੈਂਸਸ ਬੇਸਡ ਔਨ ਰੂਲ। ਦੇਖੋ ਇਹ ਵੀ ਪੂਰੀ ਆਪਣੇ ਆਪ 'ਚ ਪਰਿਭਾਸ਼ਾ ਕਿ ਆਰਗੇਨਾਈਜੇਸ਼ਨ ਵਰਡਸ ਦੀ ਕਿਹਦੇ ਵਿੱਚ, ਸੈਂਟੈਂਸਸ ਦੇ ਵਿੱਚ, ਕਾਹਦੇ 'ਤੇ ਆਧਾਰਿਤ, ਰੂਲਸ 'ਤੇ ਆਧਾਰਿਤ। ਇਟ ਇਜ਼ ਨਾਟ ਓਨਲੀ ਅ ਸੈਟ ਆਫ ਰੂਲਸ, ਕੇਵਲ ਸੈਟ ਆਫ ਰੂਲਸ ਨਹੀਂ, ਬਟ ਲਾਈਕ ਐਟੀਕੇਟ ਐਂਡ ਟੇਬਲ ਮੈਨਰਸ ਆਫ ਸਪੀਕਿੰਗ ਐਂਡ ਰਾਈਟਿੰਗ ਅ ਲੈਂਗੁਏਜ। ਇਸ ਤੋਂ ਵੀ ਅੱਗੇ ਵੱਧ ਕੇ ਟੇਬਲ ਮੈਨਰਸ ਦੀ ਤਰ੍ਹਾਂ। ਕਿਸ ਤਰ੍ਹਾਂ ਬੇਟਾ, ਜਿਵੇਂ ਖਾਣਾ ਆਪਾਂ ਸਾਰੇ ਖਾ ਲਾਂਗੇ, ਕੋਈ ਚੀਜ਼ ਮਤਲਬ ਗਿਰ ਰਹੀ ਹੈ, ਆਪਾਂ ਜਿਹੜੀ ਵਾਈਟ ਹੈ ਸਹੀ ਤਰੀਕੇ ਨਾਲ ਨਹੀਂ ਤੋੜਦੇ, ਸਹੀ ਤਰੀਕੇ ਨਾਲ ਨਹੀਂ ਖਾਂਦੇ, ਚਮਚ ਸਹੀ ਨਹੀਂ ਪਕੜਦੇ, ਤਾਂ ਖਾਣਾ ਤਾਂ ਫੇਰ ਵੀ ਖਾਧਾ ਜਾਣਾ। ਇਸੇ ਤਰ੍ਹਾਂ ਭਾਸ਼ਾ ਤਾਂ ਫੇਰ ਵੀ ਬੋਲੀ ਜਾਂ ਲਿਖੀ ਜਾਣੀ ਹੈ, ਭਾਵੇਂ ਸਾਨੂੰ ਗ੍ਰਾਮਰ ਨਹੀਂ ਆਉਂਦਾ, ਪਰ ਉਸ ਨੂੰ ਪ੍ਰੋਪਰ ਮੈਨਰਸ ਦੇ ਨਾਲ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਕਰੈਕਟ ਕਿਸ ਤਰ੍ਹਾਂ ਬੋਲ ਸਕਦੇ ਹਾਂ, ਸਮਝ ਸਕਦੇ ਹਾਂ, ਲਿਖ ਸਕਦੇ ਹਾਂ, ਉਹ ਚੀਜ਼ ਇੱਕ ਤਰ੍ਹਾਂ ਦੇ ਜਿਵੇਂ ਟੇਬਲ ਮੈਨਰਸ ਨੇ ਖਾਣੇ ਦੇ, ਉਸੇ ਤਰ੍ਹਾਂ ਵਿਆਕਰਨ ਜਿਹੜਾ, ਗ੍ਰਾਮਰ ਜਿਹੜਾ, ਉਹ ਭਾਸ਼ਾ ਲਈ ਕੰਮ ਕਰਦਾ ਹੈ। ਹਾਂਜੀ ਬੇਟਾ, ਆਈ ਥਿੰਕ ਇੱਥੇ ਤੱਕ ਤੁਹਾਨੂੰ ਕਲੀਅਰ ਹੋ ਗਿਆ। ਹਾਂਜੀ, ਹੁਣ ਆਪਾਂ ਅੱਗੇ ਚੱਲਦੇ ਹਾਂ। ਵਾਈ ਵੀ ਟੀਚ ਗ੍ਰਾਮਰ ਇਨ ਸਕੂਲਸ, ਅਸੀਂ ਸਕੂਲਾਂ 'ਚ ਗ੍ਰਾਮਰ ਪੜ੍ਹਾਉਣੇ ਕਿਉਂ, ਵਾਈ ਇਜ਼ ਇਟ ਇੰਡਿਸਪੈਂਸੇਬਲ, ਕਿਉਂ ਜ਼ਰੂਰੀ ਹੈ। ਏਮਸ, ਐਡਵਾਂਟੇਜਸ, ਨੀਡ ਆਫ ਗ੍ਰਾਮਰ, ਕੀ ਲੋੜ ਹੈ। ਮੈਂ ਤੁਹਾਡੀ ਸੁਵਿਧਾ ਲਈ ਕੁਐਸਚਨਸ ਇੱਦਾਂ ਦੇ ਲਿਖੇ ਨੇ ਤਾਂ ਕਿ ਤੁਹਾਨੂੰ ਜੇ ਸ਼ਾਰਟ ਟੌਪਿਕ ਦੇ ਵਿੱਚ ਵੀ ਆ ਜਾਏ ਕੋਈ, ਤਾਂ ਤੁਸੀਂ ਈਜ਼ੀਲੀ ਕਰ ਸਕੋ। ਅਤੇ ਲੌਂਗ ਦੇ ਵਿੱਚ ਤਾਂ ਪੂਰਾ ਕੁਐਸਚਨ ਜਿਹੜਾ ਹੈ ਹੀ ਹੈ, ਤੁਹਾਨੂੰ ਸਾਰੇ ਟੌਪਿਕ ਇਹਦੇ ਅੰਡਰ ਆਉਂਦੇ ਨੇ। ਕਾਹਦੇ ਵਾਸਤੇ ਹੈ, ਵੈਸੇ ਤੁਹਾਨੂੰ ਡੈਫੀਨੇਸ਼ਨ ਤੋਂ ਕਲੀਅਰ ਹੋ ਗਿਆ। ਸਿਸਟਮੈਟਿਕ ਨੌਲੇਜ ਪ੍ਰੋਵਾਈਡ ਕਰਨ ਲਈ, ਥਿਓਰਟੀਕਲ ਨੌਲੇਜ ਪ੍ਰੋਵਾਈਡ ਕਰਨ ਲਈ, ਸਾਇੰਟੀਫਿਕ ਸਟੱਡੀ ਲਈ ਲੈਂਗੁਏਜ ਦੀ, ਪ੍ਰੋਪਰ ਅੰਡਰਸਟੈਂਡਿੰਗ ਰੂਲਸ ਦੀ ਹੋਣ ਵਾਸਤੇ, ਯੂਜ਼ ਐਂਡ ਪ੍ਰੈਕਟਿਸ ਦੇ ਵਿੱਚ ਅਸੀਂ ਰੂਲਸ ਨੂੰ ਅਪਲਾਈ ਕਰ ਸਕੀਏ। ਜਿਵੇਂ ਹੁਣੇ ਮੈਂ ਵਾਕ ਦੀ ਉਦਾਹਰਨ ਲਈ ਸੈਂਟੈਂਸ ਦੀ, ਆਈ ਐਮ ਗੋਇੰਗ ਟੂ ਦ ਮਾਰਕੀਟ, ਸਾਨੂੰ ਪਤਾ ਹੋਵੇ ਕਿ ਆਈ ਕੀ ਹੈ, ਐਮ ਕੀ ਹੈ, ਗੋਇੰਗ ਕੀ ਹੈ, ਮਾਰਕੀਟ ਕੀ ਹੈ, ਤਾਂ ਇਸ ਤਰ੍ਹਾਂ ਤਾਈਓ ਅਸੀਂ ਪ੍ਰੋਪਰ ਵੇ ਨਾਲ ਬੋਲ ਸਕਾਂਗੇ। ਫॉर ਲੌਜਿਕ ਐਂਡ ਰੀਜ਼ਨ ਟੂ ਕਲੀਅਰ ਐਨੀ ਡਾਊਟ, ਸਾਡੇ ਕੋਲ ਲੌਜਿਕ ਹੋਵੇ ਡਾਊਟ ਕਲੀਅਰ ਕਰਨ ਲਈ। ਇਸ ਤਰ੍ਹਾਂ ਤਾਂ ਜੇ ਰੂਲਸ ਨਾ ਹੋਣ ਤਾਂ ਆਪਾਂ ਕਹਿੰਦੇ ਕੋਈ ਵੀ ਚੀਜ਼ ਸਹੀ ਤਰੀਕੇ ਨਾਲ ਚੱਲ ਹੀ ਨਹੀਂ ਸਕਦੀ, ਫਿਰ ਤਾਂ ਅਸੀਂ ਆਪਣੀ ਮਰਜ਼ੀ ਕਰਾਂਗੇ, ਜਿਵੇਂ ਮਰਜ਼ੀ ਲਿਖ ਦਈਏ। ਹਰ ਭਾਸ਼ਾ ਦੇ ਹੀ ਆਪਣੇ ਰੂਲਸ ਨੇ, ਪੰਜਾਬੀ ਦੇ, ਹਿੰਦੀ ਦੇ, ਇੰਗਲਿਸ਼ ਦੇ। ਕਰੈਕਟ ਲੈਂਗੁਏਜ ਲਰਨਿੰਗ, ਸਹੀ ਤਰ੍ਹਾਂ ਜੇ ਲਰਨ ਕਰਨਾ ਚਾਹੁੰਦੇ ਹਾਂ, ਠੀਕ ਹੈ, ਥੋੜ੍ਹਾ ਬਹੁਤਾ ਬੋਲ ਲੈਂਦੇ ਹਾਂ, ਪਰ ਇਹਦੀ ਅਵਸਥਾਵਾਂ ਅਲੱਗ-ਅਲੱਗ ਹੋ ਸਕਦੀਆਂ ਨੇ। ਗ੍ਰਾਮਰ ਇਜ਼ ਲਾਈਕ ਅ ਸਕੈਲਟਨ ਟੂ ਦ ਬਾਡੀ ਆਫ ਅ ਲੈਂਗੁਏਜ, ਸਕੈਲਟਨ ਦੀ ਤਰ੍ਹਾਂ ਹੈ, ਢਾਂਚਾ ਹੈ। ਬਾਡੀ ਕਾਂਟ ਸਟੈਂਡ ਇਨ ਦ ਐਬਸੈਂਸ ਆਫ ਸਕੈਲਟਨ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਰੂਲਸ ਤੋਂ ਬਿਨਾਂ ਕੋਈ ਵੀ ਭਾਸ਼ਾ ਫਿਰ ਅੱਗੇ ਵੀ ਨਹੀਂ ਵੱਧ ਸਕਦੀ। ਠੀਕ ਹੈ, ਸਪੋਕਨ ਫਾਰਮ ਦੇ ਵਿੱਚ ਚੱਲ ਪਏਗੀ, ਪਰ ਪ੍ਰੋਪਰ ਵੇ ਦੇ ਵਿੱਚ ਇੱਕ ਸਿਸਟਮ ਜ਼ਰੂਰੀ ਹੈ। ਹਾਂਜੀ, ਤਾਂ ਮੈਥਡਸ ਕੀ ਹੋਣੇ ਚਾਹੀਦੇ ਆ ਟੀਚਿੰਗ ਗ੍ਰਾਮਰ ਦੇ, ਵਟ ਆਰ ਦ ਮੈਥਡਸ, ਅਲੱਗ-ਅਲੱਗ ਤਰ੍ਹਾਂ ਦੇ ਮੈਥਡਸ ਹੈ ਬੇਟੇ। ਕਦੇ ਵੀ ਤੁਹਾਨੂੰ ਪਹਿਲਾਂ ਵੀ ਜਦੋਂ ਮੈਂ ਕਰਵਾਈਆਂ ਸੀ ਅਪਰੋਚਸ ਐਂਡ ਮੈਥਡਸ, ਤੁਹਾਨੂੰ ਦੱਸਿਆ ਸੀ ਕਿ ਕੋਈ ਵੀ ਇੱਕ ਮੈਥਡ ਕਦੇ ਵੀ ਪੂਰੀ ਤਰ੍ਹਾਂ ਨਾਲ ਵਧੀਆ ਨਹੀਂ ਮੰਨਿਆ ਜਾ ਸਕਦਾ। ਅਮਲਗਮ ਹੁੰਦਾ, ਮਤਲਬ ਉਹਨਾਂ ਨੂੰ ਮਿਕਸਚਰ ਨੂੰ ਵਰਤ ਸਕਦੇ ਹਾਂ ਆਪਾਂ। ਕਿਸੇ ਚੀਜ਼ 'ਤੇ ਕੋਈ, ਕਿਸੇ ਕਲਾਸ 'ਤੇ ਕੋਈ, ਕਿਸੇ ਮੈਂਟਲ ਏਜ ਲਈ ਕੋਈ ਮੈਥਡ ਯੂਜ਼ ਹੁੰਦਾ ਅਤੇ ਕਿਸੇ ਟੌਪਿਕ ਲਈ ਕੋਈ ਮੈਥਡ ਯੂਜ਼ ਕੀਤਾ ਜਾ ਸਕਦਾ। ਤਾਂ ਜਿਹੜੇ ਮੈਥਡਸ ਪ੍ਰਚਲਿਤ ਨੇ, ਆਪਾਂ ਜਸਟ ਉਹਨਾਂ ਬਾਰੇ ਮੈਂ ਹਿੰਟ ਕੀਤਾ ਤੁਹਾਨੂੰ, ਕਿਉਂਕਿ ਜ਼ਿਆਦਾ ਲੰਬਾ ਨਹੀਂ ਕਰਨਾ ਆਪਾਂ। ਟਰਡੀਸ਼ਨਲ ਮੈਥਡ ਉਹ ਪੁਰਾਣੇ ਤਰੀਕੇ ਨਾਲ ਡੈਫੀਨੇਸ਼ਨ ਦਿਓ ਜੀ, ਫਿਰ ਰੂਲ ਦੱਸੋ, ਫਿਰ ਐਗਜ਼ਾਮਪਲ ਲਓ ਕੋਈ, ਫਿਰ ਐਕਸਰਸਾਈਜ਼ ਕਰਾਓ। ਟੈਕਸਟ ਬੁੱਕ ਤੋਂ ਆਪਾਂ ਲੈਂਦੇ ਹਾਂ ਐਗਜ਼ਾਮਪਲਸ ਵਗੈਰਾ। ਇਹ ਡਿਡਕਟਿਵ ਮੈਥਡ ਹੈ, ਪਹਿਲਾਂ ਰੂਲ ਦੱਸਾਂਗੇ ਫਿਰ ਐਗਜ਼ਾਮਪਲ ਦੇਵਾਂਗੇ। ਤਾਂ ਮੈਮੋਰਾਈਜ਼ਿੰਗ ਵਿੱਚ ਰੂਲਸ ਹੋ ਜਾਂਦਾ, ਤਾਂ ਰੋਟ ਮੈਮਰੀ ਦੇ ਵਿੱਚ ਆ ਜਾਂਦਾ, ਥੋੜ੍ਹਾ ਟਫ ਹੋ ਜਾਂਦਾ, ਡਿਫੀਕਲਟ ਹੋ ਜਾਂਦਾ ਸਟੂਡੈਂਟਸ ਨੂੰ ਲਰਨ ਕਰਨ ਦੇ ਵਿੱਚ, ਖਾਸ ਕਰਕੇ ਛੋਟੇ ਬੱਚਿਆਂ ਨੂੰ ਇਹ ਸਮਝ 'ਚ ਨਹੀਂ ਆਉਂਦਾ।
ਜੇ ਆਪਾਂ ਪਹਿਲਾਂ ਰੂਲਸ ਇਹ ਸਮਝਾਉਣ ਲੱਗ ਜਾਈਏ ਤਾਂ। ਪਰ ਇਹ ਮੈਥਡ ਵੀ ਕਈ ਥਾਵਾਂ 'ਤੇ ਅਪਲਾਈ ਹੁੰਦੇ ਜਿੱਥੇ ਆਪਾਂ ਨੂੰ ਪ੍ਰੋਪਰ ਸਮਝਣੇ ਕਿਸੇ ਚੀਜ਼ ਨੂੰ, ਤਾਂ ਇਹ ਮੈਥਡ ਅਪਲਾਈ ਹੁੰਦਾ। ਇਨਫੋਰਮਲ ਮੈਥਡ ਜਿਹਦੇ ਵਿੱਚ ਟੌਟ ਯੂਜ਼ਸ, ਜਿੱਥੇ ਵਰਤੋਂ ਕਰਕੇ ਸਮਝਣਾ, ਕੰਟੀਨਿਊਸ ਪ੍ਰੈਕਟਿਸ ਕਰਨੀ ਅਤੇ ਵਰਤੋਂ ਕਰਨਾ। ਮਤਲਬ ਵਾਕ, ਜਿਵੇਂ ਮੈਂ ਤੁਹਾਨੂੰ ਬੋਲਿਆ, ਕੋਈ ਵੀ ਵਾਕ ਲਿਆ ਜਾਂਦਾ, ਆਈ ਰੀਡ ਆ ਬੁੱਕ ਮੰਨ ਲਓ ਹੈਗਾ, ਤਾਂ ਪਹਿਲਾਂ ਵਾਕ ਹੀ ਕਰਵਾ ਦੇਣਾ, ਬਾਅਦ 'ਚੋਂ ਪਤਾ ਲੱਗਣਾ ਕਿ ਕੀ ਹੈ, ਆਈ ਕੀ ਹੈ, ਰੀਡ ਕੀ ਹੈ ਅਤੇ ਬੁੱਕ ਕੀ ਹੈ ਅਤੇ ਸਹੀ ਕਿਸ ਤਰ੍ਹਾਂ। ਇਸ ਤਰ੍ਹਾਂ ਇਹ ਇਨਫੋਰਮਲ ਮੈਥਡ ਹੈ। ਇਹ ਛੋਟੇ ਬੱਚਿਆਂ ਲਈ ਕਾਫੀ ਥੋੜ੍ਹਾ ਕਾਮਯਾਬ ਕਹਿ ਲਓ ਹੋ ਜਾਂਦਾ। ਇੰਸੀਡੈਂਟਲ ਔਰ ਕੋਰਿਲੇਸ਼ਨ ਮੈਥਡ। ਇੰਸੀਡੈਂਟਲ ਦੇ ਵਿੱਚ ਇਹ ਕਿ ਫਾਰਮਲ ਟੀਚਿੰਗ ਗ੍ਰਾਮਰ ਦੀ ਕਰਵਾਉਣੀ ਹੀ ਨਹੀਂ, ਇੰਸੀਡੈਂਟਲੀ ਪੜ੍ਹਦੇ ਪੜ੍ਹਦੇ ਹੋ ਜਾਣਾ। ਕਿ ਜਿਵੇਂ ਕੋਈ ਟੀਚਰ ਪੜ੍ਹਾ ਰਿਹਾ ਕੋਈ ਚੀਜ਼, ਮੰਨ ਲਓ ਬੁੱਕ ਦੇ ਵਿੱਚੋਂ ਤੁਸੀਂ ਪੜ੍ਹ ਰਹੇ ਹੋ ਪੈਰਾਗ੍ਰਾਫ, ਉਹਦੇ ਵਿੱਚ ਜਿਹੜੇ ਸ਼ਬਦ ਆਉਂਦੇ, ਹਾਂਜੀ ਇਹ ਨਾਊਨ ਹੈ, ਐਡਜੈਕਟਿਵ ਹੈ, ਵਰਬ ਹੈ, ਇਸ ਤਰ੍ਹਾਂ ਦੱਸ ਦੇਣਾ। ਤਾਂ ਇਹਦੇ ਵਿੱਚ ਵੀ ਇਹਦੇ ਆਪਣੇ ਸਭ ਮੈਥਡਸ ਦੇ ਆਪਣੇ ਪ੍ਰੋਜ਼ ਐਂਡ ਕੌਨਸ ਨੇ ਬੇਟਾ, ਮੈਂ ਜ਼ਿਆਦਾ ਲੌਂਗ ਨਹੀਂ ਕੀਤਾ। ਅਦਰਵਾਈਜ਼ ਇਹਦੇ ਵਿੱਚ ਵੀ ਹੈ ਕਿ ਬਾਰ-ਬਾਰ ਟੋਕ ਕੇ ਦੱਸਾਂਗੇ ਇਹ ਨਾਊਨ ਹੈ, ਵਰਬ ਹੈ, ਤਾਂ ਬੱਚੇ ਡਿਸਟਰਬ ਹੋ ਜਾਂਦੇ, ਉਲਝ ਜਾਂਦੇ ਨੇ, ਉਹ ਕਨਫਿਊਜ਼ ਹੋ ਜਾਂਦੇ ਆ, ਇਸ ਤਰ੍ਹਾਂ ਡਿਸਟਰਬੈਂਸ ਹੁੰਦੀ ਹੈ। ਤਾਂ ਨੈਕਸਟ ਮੈਥਡ ਹੈ ਇੰਡਕਟਿਵ ਡਿਡਕਟਿਵ ਮੈਥਡ। ਇਹ ਤੁਸੀਂ ਕਾਫੀ ਪੜ੍ਹਿਆ ਹੋਊਗਾ ਆਪਣੇ ਅਲੱਗ ਤਰ੍ਹਾਂ ਦੇ ਲੈਸਨਸ, ਹਰ ਤਰ੍ਹਾਂ ਦੇ ਲੈਸਨਸ ਦੇ ਵਿੱਚ। ਡਿਡਕਟਿਵ ਮੈਥਡ ਕੀ ਹੈ? ਪਹਿਲਾਂ ਰੂਲ ਨੂੰ ਐਕਸਪਲੇਨ ਕਰਨਾ, ਫਿਰ ਅਪਲਾਈ ਕਰਨਾ, ਐਗਜ਼ਾਮਪਲ ਦੇਣੀ, ਅਤੇ ਫਿਰ ਉਸ ਦੀ ਪ੍ਰੈਕਟਿਸ ਕਰਨਾ। ਅਤੇ ਦੋਨੋਂ ਮੈਥਡਸ ਹੀ ਪ੍ਰਯੋਗ 'ਚ ਲਿਆਂਦੇ ਜਾਂਦੇ ਨੇ, ਪਰ ਇੰਡਕਟਿਵ ਮੈਥਡ ਨੂੰ ਜ਼ਿਆਦਾ ਵਧੀਆ ਸਮਝਿਆ ਜਾਂਦਾ। ਇਹਦੇ ਅੰਡਰ ਜਿਹੜਾ ਇੰਡਕਟਿਵ ਹੈ ਉਹ 'ਚ ਪਹਿਲਾਂ ਐਗਜ਼ਾਮਪਲ ਦੇਣੀ, ਫਿਰ ਐਨਾਲਾਈਜ਼ ਕਰਨਾ ਐਗਜ਼ਾਮਪਲ ਦਾ, ਫਿਰ ਉਸਨੂੰ ਜਨਰਲਾਈਜ਼ ਕਰਨਾ, ਦੈਨ ਸਟੇਟ ਕਰਨਾ ਰੂਲ, ਦੱਸਣਾ ਅਤੇ ਵੈਰੀਫਾਈ ਕਰਨਾ, ਔਰ ਫਿਰ ਪ੍ਰੈਕਟਿਸ ਕਰਵਾਉਣੀ ਐਕਸਰਸਾਈਜ਼ਸ ਰਾਹੀਂ। ਜ਼ਿਆਦਾਤਰ ਅੱਜ ਕੱਲ੍ਹ ਇੰਡਕਟਿਵ ਮੈਥਡ ਨੂੰ ਪ੍ਰੈਫਰ ਕੀਤਾ ਜਾਂਦਾ ਸਾਰੇ ਦੇ ਵਿੱਚ, ਜਿਹਨੂੰ ਤੁਸੀਂ ਪੰਜਾਬੀ 'ਚ ਆਗਮਨ ਨਿਗਮਨ ਮੈਥਡ ਕਹਿੰਦੇ ਹੋ, ਤਾਂ ਉਹ ਹੈ ਇਹਦੇ ਵਿੱਚ। ਤਾਂ ਇਸ ਇੰਡਕਟਿਵ ਮੈਥਡ ਦੇ ਨਾਲ ਐਗਜ਼ਾਮਪਲ ਦੇ ਕੇ ਫਿਰ ਜ਼ਿਆਦਾ ਵਧੀਆ ਸਮਝਾਇਆ ਜਾ ਸਕਦਾ। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਆਈ ਐਮ ਗੋਇੰਗ ਟੂ ਦ ਮਾਰਕੀਟ ਜਾਂ ਆਈ ਰੀਡ ਅ ਬੁੱਕ, ਇਹ ਬੱਚਿਆਂ ਨੂੰ ਪਹਿਲਾਂ ਕਰਾ ਦਿਓ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਦੱਸੋ ਬੁੱਕ ਕੀ ਹੈ, ਤਾਂ ਬੱਚਿਆਂ ਨੂੰ ਪਤਾ ਲੱਗ ਜਾਊਗਾ। ਰੀਡ ਕੀ ਹੈ ਅਤੇ ਆਈ ਕੀ ਹੈ, ਉਹ ਵੀ ਡਿਪੈਂਡ ਕਰਦਾ ਮੈਂਟਲ ਏਜ 'ਤੇ। ਤਾਂ ਲਿਮੀਟੇਸ਼ਨਸ ਕੀ ਨੇ ਟੀਚਿੰਗ ਗ੍ਰਾਮਰ ਦੀਆਂ? ਕਿਹੜੀਆਂ ਹਿੰਡਰੈਂਸਸ ਇਹ ਪੈਦਾ ਕਰਦਾ, ਕਿਹੜੀਆਂ ਰੁਕਾਵਟਾਂ ਤੁਹਾਡੀ ਲਰਨਿੰਗ ਦੇ ਵਿੱਚ, ਬੱਚਿਆਂ ਦੀ ਲਰਨਿੰਗ ਦੇ ਵਿੱਚ ਪੈਦਾ ਕਰਦਾ, ਕੀ ਲਿਮੀਟੇਸ਼ਨਸ ਨੇ? ਕਿਉਂਕਿ ਗ੍ਰਾਮਰ ਜਿਹੜਾ ਸਭ ਤੋਂ ਜ਼ਿਆਦਾ ਤੰਗ ਕਰਦਾ, ਕਹਿ ਲਓ ਇੰਗਲਿਸ਼ ਸਿੱਖਣ ਦੇ ਵਿੱਚ ਸਾਨੂੰ ਪ੍ਰੋਬਲਮ ਕ੍ਰੀਏਟ ਕਰਦਾ। ਤਾਂ ਐਕਸਟਰਾ ਬਰਡਨ ਹੈ ਸਟੂਡੈਂਟਸ 'ਤੇ, ਸਟੂਡੈਂਟਸ ਬੋਰ ਮਹਿਸੂਸ ਕਰਦੇ ਨੇ। ਪੈਸਿਵ ਮਾਸਟਰੀ ਹੈ, ਲੈਂਗੁਏਜ ਤਾਂ ਸਿੱਖ ਜਾਂਦੇ ਪਰ ਪੈਸਿਵਲੀ, ਉਹਨਾਂ ਨੂੰ ਪਤਾ ਨਹੀਂ ਹੁੰਦਾ ਤੋਤਾ ਰਿਟੰਤ। ਇਹ 'ਚ ਥੋਟ ਐਂਡ ਐਕਸਪ੍ਰੈਸ਼ਨ ਦਾ ਬਹੁਤੀ ਵੈਲਿਊ ਨਹੀਂ ਰਹਿੰਦੀ, ਕਿਉਂਕਿ ਥੋਟ ਐਂਡ ਐਕਸਪ੍ਰੈਸ਼ਨ ਤਾਂ ਸਾਡੇ 'ਚ ਫਲੂਐਂਸੀਜ਼ ਕਹਿ ਲਓ ਸਪੌਂਟੇਨੀਅਸ ਨੈਚੁਰਲੀ ਆਉਂਦੇ ਰਹਿੰਦੇ ਨੇ, ਪਰ ਉਹਨਾਂ ਨੂੰ ਅਸੀਂ ਨਿਯਮਬੱਧ ਨਹੀਂ ਕਰ ਸਕਦੇ, ਤਰਤੀਬਬੱਧ ਨਹੀਂ ਕਰ ਸਕਦੇ। ਕਈ ਵਾਰ ਫਲੂਐਂਸੀ ਨਹੀਂ ਰਹਿੰਦੀ ਲੈਂਗੁਏਜ ਦੇ ਵਿੱਚ, ਕੰਕਰੀਟ ਨੌਲੇਜ ਹੈ, ਮਤਲਬ ਡੀਪ ਕਹਿ ਲਓ ਥੋੜ੍ਹਾ ਜਿਹਾ, ਵੀ ਇਹ ਨਹੀਂ ਹੈਗਾ ਵੀ ਆਪਾਂ ਰੀਅਲ ਲਾਈਫ ਨਹੀਂ ਕਹਿ ਸਕਦੇ ਜਿਸ ਨੂੰ ਅਸੀਂ ਮਤਲਬ ਸੌਖੇ ਤਰੀਕੇ ਨਾਲ ਪ੍ਰਗਟ ਕਰ ਸਕੀਏ। ਹਿੰਡਰ ਕਰਦਾ ਨੈਚੁਰਲ ਲਰਨਿੰਗ ਦੇ ਵਿੱਚ, ਵਾਧਾ ਆਉਂਦੀ ਹੈ, ਬੱਚਾ ਸੋਚਦਾ ਕਿ ਕੀ ਹੈ ਕੀ ਹੈ। ਕਈ ਵਾਰ ਇੱਦਾਂ ਹੁੰਦਾ ਇੱਕ ਰੋਲ ਨੂੰ ਸਿੱਖਣ 'ਤੇ ਹੀ ਸਾਰਾ ਦਿਨ ਲੰਘ ਜਾਂਦਾ ਅਤੇ ਕੰਮ ਕੋਈ ਹੁੰਦਾ ਹੀ ਨਹੀਂ, ਅਤੇ ਸੱਚ ਐਕਸਪਰਟਸ ਆਰ ਨਾਟ ਅਵੇਲੇਬਲ। ਇਸ ਤਰ੍ਹਾਂ ਦੇ ਟੀਚਰਸ ਵੀ ਅਵੇਲੇਬਲ ਨਹੀਂ ਜਿਹੜੇ ਮਤਲਬ ਪ੍ਰੋਪਰ ਵੇ 'ਚ ਗ੍ਰਾਮਰ ਜਿਹੜਾ ਕਰਵਾ ਸਕਣ। ਤਾਂ ਪਾਮਰ, ਆਪਾਂ ਜਿਹੜੇ ਲਿੰਗੁਇਸਟਿਕ ਨੇ ਉਹਨਾਂ ਦੇ ਵਿਚਾਰ ਦੇਖੀਏ ਤਾਂ ਪਾਮਰ ਵੀ ਕਹਿੰਦੇ ਨੇ ਕਿ ਇਟ ਐਕਚੁਅਲੀ ਹਿੰਡਰਸ ਦਾ ਸਪੌਂਟੇਨੀਅਸ ਕੀ ਹੁੰਦਾ ਬੇਟਾ? ਨੈਚੁਰਲ ਫਲੋ, ਸਪੌਂਟੇਨੀਅਸ ਕੁਦਰਤੀ ਤੌਰ 'ਤੇ ਸਹਿਜੇ ਗ੍ਰੈਜੂਅਲ ਵੇ ਜਿਹੜਾ ਲਰਨਿੰਗ ਦਾ ਆਫ ਅ ਫੋਰਨ ਲੈਂਗੁਏਜ ਉਸ ਨੂੰ ਹਿੰਡਰ ਕਰਦਾ। ਹਿੰਡਰ ਕੀ ਹੁੰਦਾ? ਰੁਕਾਵਟ ਰੋਕਦਾ ਹੈ, ਤਾਂ ਇਹ ਰੋਕਦਾ ਗ੍ਰਾਮਰ। ਇਸੇ ਤਰ੍ਹਾਂ ਹਾਰਟਵੈਲ ਵੀ ਕਹਿੰਦੇ ਨੇ, ਇਹ ਵੀ ਬਿਲੀਵ ਕਰਦੇ ਨੇ ਹਾਰਟਵੈਲ ਕਿ ਜਿਹੜੇ ਸਿਸਟਮੈਟਿਕ ਟੀਚਿੰਗ ਆਫ ਗ੍ਰਾਮਰ ਹੈ ਇੰਟਰਫੀਅਰ ਕਰਦੀ ਹੈ ਕ੍ਰੀਏਟਿਵ ਰਾਈਟਿੰਗ 'ਚ। ਸਿਸਟਮੈਟਿਕ ਟੀਚਿੰਗ ਅਗਰ ਆਪਾਂ ਗ੍ਰਾਮਰ ਦੀ ਕਰਦੇ ਹਾਂ, ਇਹਦੇ ਨਾਲ ਕ੍ਰੀਏਟਿਵ ਰਾਈਟਿੰਗ ਦੀ ਜਿਹੜੀ ਭਾਵਨਾ ਹੈ ਉਸ ਦੇ ਵਿੱਚ ਨਾਲ ਖਿਲਵਾੜ ਹੁੰਦਾ, ਕਹਿ ਲਓ ਉਸ ਨੂੰ ਰੋਕ ਦਿੰਦਾ। ਬੱਚਾ ਗ੍ਰਾਮਰ 'ਤੇ ਜ਼ਿਆਦਾ ਫੋਕਸ ਕਰਨ ਲੱਗ ਜਾਂਦਾ ਤਾਂ ਥੋਟਸ ਐਂਡ ਫੀਲਿੰਗਸ ਪ੍ਰੋਪਰ ਨਹੀਂ ਆ ਪਾਉਂਦੀਆਂ। ਬਟ ਇਟ ਇਜ਼ ਅ ਨੈਸੈਸਰੀ ਈਵਲ ਟੂ ਲਰਨ ਅ ਲੈਂਗੁਏਜ। ਪਰ ਭਾਸ਼ਾ ਸਿੱਖਣਾ ਅਤੇ ਗ੍ਰਾਮਰ ਕਰਨਾ ਤਾਂ ਨੈਸੈਸਰੀ ਈਵਲ ਹੈ, ਜ਼ਰੂਰੀ ਹੈ। ਤਾਂ ਸਮ ਸਕੋਲਰਸ ਸਜੈਸਟਡ ਸਮ ਵੇਜ਼ ਟੂ ਟੀਚ ਗ੍ਰਾਮਰ ਯੂਜ਼ਿੰਗ ਡਿਫਰੈਂਟ ਮੈਥਡਸ। ਉਹ ਕਹਿੰਦੇ ਵੀ ਅਲੱਗ-ਅਲੱਗ ਮੈਥਡ, ਜਿਵੇਂ ਪਹਿਲਾਂ ਗੱਲ ਕੀਤੀ ਸੀ, ਕਿਤੇ ਇੰਡਕਟਿਵ ਲੱਗੂ, ਕਿਤੇ ਡਿਡਕਟਿਵ, ਕਿਤੇ ਇਨਫੋਰਮਲ, ਕਿਤੇ ਟ੍ਰੈਡੀਸ਼ਨਲ, ਕਿਤੇ ਕੋਰਿਲੇਸ਼ਨ ਮੈਥਡ। ਦੇ ਸੇ ਦੈਟ ਗ੍ਰਾਮਰ ਸ਼ੁੱਡ ਬੀ ਟੌਟ ਫੰਕਸ਼ਨਲੀ ਤੁਹਾਨੂੰ ਪਹਿਲਾਂ ਦੱਸ ਚੁੱਕੀ ਮੈਂ ਕਾਫੀ ਵਾਰੀ। ਫੰਕਸ਼ਨਲੀ ਹੁੰਦਾ ਕੰਮ ਕਰਵਾਉਣਾ ਐਗਜ਼ਾਮਪਲਸ ਦੇ ਨਾਲ, ਬਾਈ ਪ੍ਰੈਕਟਿਸ ਅਪਲਾਈਂਗ ਇਨ ਲਾਈਫ, ਇੰਡਕਟਿਵ ਮੈਥਡ। ਐਂਡ ਫਾਰਮਲੀ
ਵੱਡੀਆਂ ਕਲਾਸਾਂ 'ਚ। ਲੋਅਰ ਕਲਾਸਿਸ ਦੇ ਵਿੱਚ ਇੰਡਕਟਿਵ ਰੂਪ ਦੇ ਵਿੱਚ ਫੰਕਸ਼ਨਲੀ, ਮਤਲਬ ਉਹਨਾਂ ਨੇ ਛੋਟੇ ਛੋਟੇ ਵਾਕ ਲੈ ਕੇ ਆਰਾਮ ਨਾਲ ਕਰਵਾਉਣਾ ਯੂਜ਼ ਕਰਕੇ, ਅਤੇ ਵੱਡੀਆਂ ਕਲਾਸਾਂ 'ਚ ਟਰਡੀਸ਼ਨਲ ਮੈਥਡ ਨਾਲ ਵੀ ਸਿਖਾਇਆ ਜਾ ਸਕਦਾ ਹਾਇਰ ਕਲਾਸਿਸ ਦੇ ਵਿੱਚ, ਕਿਉਂਕਿ ਉਦੋਂ ਤੱਕ ਬੱਚੇ ਕਾਫੀ ਕੁਛ ਸਮਝ ਜਾਣਗੇ, ਉਹਨਾਂ ਨੂੰ ਸੈਂਟੈਂਸਸ ਬਾਰੇ ਪਤਾ ਲੱਗ ਜਾਊਗਾ। ਉਹਦੇ ਹੋ ਸਕਦਾ ਕਿ ਪਾਰਟਸ ਆਫ ਸਪੀਚ ਉਹਦੇ ਪਾਰਟਸ ਬਾਰੇ ਪ੍ਰੋਪਰ ਨਾ ਪਤਾ ਲੱਗੇ, ਤਾਂ ਉਹ ਵੱਡੀਆਂ ਕਲਾਸਾਂ 'ਚ ਟਰਡੀਸ਼ਨਲੀ ਸਿਖਾਇਆ ਜਾ ਸਕਦਾ। ਛੋਟੀਆਂ ਕਲਾਸਾਂ 'ਚ ਇੰਨਾ ਹੀ ਕਾਫੀ ਹੈ ਕਿ ਉਹ ਵਾਕ ਲਿਖ ਸਕਣ, ਬੋਲ ਸਕਣ। ਤਾਂ ਇਸ ਤਰ੍ਹਾਂ ਆਪਾਂ ਹਿਸਾਬ ਨਾਲ ਕਿ ਮੈਂਟਲ ਏਜ ਦੇਖ ਕੇ, ਬੱਚਿਆਂ ਦੀ ਨੀਡ ਵੇਖ ਕੇ ਕਿ ਕਿਹੜੀ ਕਲਾਸ ਦੀ ਕਿੰਨੀ ਕੁ ਨੀਡ ਹੈ, ਉਹਦੇ ਅਕੋਰਡਿੰਗ ਆਪਾਂ ਬੱਚਿਆਂ ਨੂੰ ਕਰਵਾ ਸਕਦੇ ਹਾਂ, ਕਿਉਂਕਿ ਹਰ ਚੀਜ਼ ਨੂੰ ਕਰਵਾਉਣ ਦਾ ਆਪਣਾ ਆਪਣਾ ਵੇ ਹੁੰਦਾ। ਦੈਨ ਹਾਊ ਟੂ ਟੀਚ ਗ੍ਰਾਮਰ, ਵੈਸੇ ਤਾਂ ਆਪਾਂ ਇਹਦੇ ਬਾਰੇ ਉੱਪਰ ਵੀ ਗੱਲ ਕਰ ਚੁੱਕੇ ਹਾਂ, ਤਾਂ ਪਰ ਆਪਾਂ ਪ੍ਰੋਪਰ ਵਿਦ ਅ ਲਿਟਲ ਐਕਸਟਰਾ ਥਿੰਕਿੰਗ ਐਂਡ ਫਨ ਐਕਟੀਵਿਟੀਜ਼, ਥੋੜ੍ਹੀ ਜਿਹੀ ਐਕਸਟਰਾ ਥਿੰਕਿੰਗ ਦੇ ਨਾਲ ਅਤੇ ਫਨ ਐਕਟੀਵਿਟੀਜ਼ ਨੂੰ ਲੈ ਕੇ ਅਸੀਂ ਕੀ ਕਰ ਸਕਦੇ ਹਾਂ, ਯੂ ਕੈਨ ਚੇਂਜ ਗ੍ਰਾਮਰ ਫਰੋਮ ਅ ਡਰੈਡਫੁਲ ਸਬਜੈਕਟ, ਡਰੈਡਫੁਲ ਡਰਾਵਨਾ, ਟੂ ਇੰਟਰਸਟਿੰਗ ਵਨ। ਇੰਟਰਸਟਿੰਗ ਬਣਾ ਸਕਦੇ ਹਾਂ ਡਰੈਡਫੁਲ, ਵਿਦ ਮੋਰ ਯੂਜ਼ ਐਂਡ ਪ੍ਰੈਕਟਿਸ, ਜ਼ਿਆਦਾ ਵਰਤ ਕੇ, ਪ੍ਰੈਕਟਿਸ ਜ਼ਿਆਦਾ ਕਰਕੇ। ਵਾਂਟ ਟੂ ਡਿਫਾਈਨ ਨਾਊਨ, ਵਰਬ ਐਟਸੈਟਰਾ, ਯੂਜ਼ ਇਟ ਫਸਟ। ਆਪਾਂ ਨਾਊਨ ਵਰਬ ਬਾਰੇ ਦੱਸਣਾ ਬੱਚਿਆਂ ਨੂੰ, ਪਹਿਲਾਂ ਵਰਤ ਲਓ। ਜਿਵੇਂ ਬੱਚੇ ਨੂੰ ਆਪਾਂ ਕਲਾਸਰੂਮ ਦੇ ਬੁੱਕ, ਟੇਬਲ, ਇਸ ਦੀ ਗੱਲ ਕਰਾਂਗੇ ਤਾਂ ਆਪਣੇ ਪਤਾ ਲੱਗ ਕਿ ਬੁੱਕ ਅਤੇ ਟੇਬਲ ਨਾਊਨ ਨੇ। ਔਰ ਵਰਬ ਕੀ ਹੈ, ਇਜ਼, ਐਮ, ਆਰ, ਵਰਬ ਲਿੰਕਿੰਗ ਵਰਬਸ ਨੇ। ਉਸ ਤੋਂ ਬਾਅਦ ਰੀਡ ਅ ਬੁੱਕ, ਰੀਡ ਕਰਨਾ, ਪੜ੍ਹਨਾ ਵਰਬ ਹੈ। ਇਸ ਤਰ੍ਹਾਂ ਵਿਦ ਫਨੀ ਐਂਡ ਡੇਲੀ ਲਾਈਫ ਐਗਜ਼ਾਮਪਲਸ, ਫਨੀ ਐਗਜ਼ਾਮਪਲਸ ਲਓ, ਡੇਲੀ ਲਾਈਫ ਲਓ, ਤਾਂ ਕਿ ਬੱਚੇ ਬੜੀ ਈਜ਼ੀਲੀ ਸਮਝਣ। ਗੇਮਸ ਸਾਰਿਆਂ ਵਾਸਤੇ ਬੜੀਆਂ ਫਰੂਟਫੁਲ ਹੁੰਦੀਆਂ ਨੇ। ਗੇਮਸ ਦੇ ਨਾਲ ਬੱਚੇ ਕਰਕੇ ਸਿੱਖਦੇ ਨੇ, ਖੇਡ ਕੇ ਸਿੱਖਦੇ ਨੇ, ਖੇਡ 'ਚ ਸਿੱਖਦੇ ਨੇ। ਆਡੀਓ ਵਿਜ਼ੂਅਲ ਏਡਸ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ। ਅੱਜ ਕੱਲ੍ਹ ਟੈਕਨੋਲੋਜੀ ਦਾ ਯੁੱਗ ਹੈ, ਆਪਾਂ ਦੇਖ ਹੀ ਰਹੇ ਹਾਂ। ਆਡੀਓਜ਼, ਵੀਡੀਓਜ਼, ਪ੍ਰੋਜੈਕਟਰਸ, ਪਿਕਚਰਸ, ਫਲੈਸ਼ ਕਾਰਡਸ, ਇਹਨਾਂ ਨਾਲ ਬੱਚੇ ਜਲਦੀ ਸਿੱਖਣਗੇ। ਇਕੱਲਾ ਜੇ ਆਪਾਂ ਬੋਲੀ ਜਾਵਾਂਗੇ ਜਾਂ ਕਿਤਾਬਾਂ ਤੋਂ ਪੜ੍ਹਾਈ ਜਾਵਾਂਗੇ, ਇਟ ਬਿਕਮ ਅੰਡਰਸਟੈਂਡ ਬੋਰਿੰਗ ਹੋ ਜਾਂਦਾ। ਫਨ ਐਕਟੀਵਿਟੀਜ਼ ਕਰਵਾਓ ਉਹਨਾਂ ਨੂੰ। ਫਨ ਐਕਟੀਵਿਟੀਜ਼ ਤੁਸੀਂ ਦੇਖਦੇ ਹੋ ਛੋਟੇ ਬੱਚਿਆਂ ਲਈ, ਕਿਡਸ ਲਈ ਕਿੰਨੇ ABC ਦੀਆਂ ਵੀ ਪੋਇਮਸ ਆਉਂਦੀਆਂ ਨੇ, ਤਾਂ ਫਨ ਐਕਟੀਵਿਟੀਜ਼ ਰਾਹੀਂ ਆਪਾਂ ਕਰਵਾਇਆ ਜਾ ਸਕਦਾ। ਮੂਵਮੈਂਟਸ ਤੁਹਾਡੀਆਂ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਬੱਚੇ ਬੋਰ ਨਾ ਹੋਣ। ਵੈਸੇ ਵੀ ਆਪਾਂ ਕਲਾਸ 'ਚ ਕਹਿੰਦੇ ਕਿ ਟੀਚਰਸ ਨੂੰ ਕਾਫੀ ਤਰ੍ਹਾਂ ਦੇ ਮੂਵਮੈਂਟਸ ਕਰਨੇ ਚਾਹੀਦੇ ਨੇ, ਤਾਂ ਕਿ ਬੱਚੇ ਵਨ ਥਿੰਗ ਨੂੰ, ਇੱਕ ਪੋਜੀਸ਼ਨ 'ਚ ਟੀਚਰ ਨੂੰ ਦੇਖ ਕੇ ਪੈਸਿਵ ਨਾ ਹੋ ਜਾਣ। ਜਿਸਟਰਸ ਨਾਲ, ਬਾਡੀ ਮੂਵਮੈਂਟਸ ਨਾਲ, ਫੇਸ਼ੀਅਲ ਐਕਸਪ੍ਰੈਸ਼ਨਸ ਦੇ ਨਾਲ, ਸਾਰੇ ਆਪਣੇ ਬਾਡੀ ਪਾਰਟਸ ਦੀ ਵਰਤੋਂ ਕਰਕੇ ਉਹ ਬੱਚਿਆਂ ਨੂੰ ਟੀਚ ਕਰਨ। ਮੋਰ ਇੰਗੇਜਮੈਂਟ ਆਫ ਲਰਨਰਸ, ਪੂਰੀ ਤਰ੍ਹਾਂ ਇੰਗੇਜ ਰਹਿਣ ਪੂਰੀ ਕਲਾਸ ਦੇ ਵਿੱਚ, ਐਂਡ ਸੈਟਿਸਫਾਈ ਫੀਲ ਕਰਨ ਕਿ ਦੇ ਹੈਵ ਡਨ ਦੈਮਸੈਲਵਸ। ਉਹਨਾਂ ਨੂੰ ਖੁਦ ਕ੍ਰੀਏਟ ਕਰਨ ਦਿਓ, ਖੁਦ ਸਮਝਣ ਦਿਓ, ਖੁਦ ਸੋਚਣ ਦਿਓ, ਤਾਂ ਉਹ ਜ਼ਿਆਦਾ ਵਧੀਆ ਮਹਿਸੂਸ ਕਰਨਗੇ, ਸਿੱਖਣਗੇ ਵੀ ਵਧੀਆ ਔਰ ਇੰਟਰਸਟਿੰਗ ਵੇ ਨਾਲ ਸਿੱਖਣਗੇ। ਯੂਜ਼ ਐਂਡ ਮੈਥਡ ਅਕੋਰਡਿੰਗ ਟੂ ਮੈਂਟਲ ਏਜ ਐਂਡ ਨੀਡਸ, ਇਹ ਪੁਆਇੰਟ ਵੀ ਆਪਣਾ ਸਾਰੇ ਕਿਤੇ ਕੰਮ ਆਉਂਦਾ ਕਿ ਕੋਈ ਵੀ ਕੰਮ ਆਪਾਂ ਕਰਨਾ ਹੈ, ਉਸ ਦੀ ਵਰਤੋਂ ਮੈਂਟਲ ਏਜ ਅਤੇ ਨੀਡਸ ਦੇ ਅਕੋਰਡਿੰਗ ਹੀ ਹੋਣੀ ਚਾਹੀਦੀ ਹੈ। ਆਪਾਂ ਫਸਟ ਸੈਕਿੰਡ ਦੇ ਬੱਚਿਆਂ ਨੂੰ, ਥਰਡ ਦੇ ਬੱਚਿਆਂ ਨੂੰ ਸਿਖਾ ਰਹੇ ਹਾਂ ਇੰਗਲਿਸ਼, ਅਤੇ ਉਹਨਾਂ ਨੂੰ ਆਪਾਂ 10th +1 ਵਾਲੇ ਫਾਰਮੂਲਾ ਸਿਖਾਈਏ, ਰੂਲ ਸਿਖਾਈਏ, ਤਾਂ ਸਹੀ ਨਹੀਂ ਹੈ। ਪ੍ਰੈਕਟਿਸ ਇਨ ਐਨ ਇੰਟਰਸਟਿੰਗ ਵੇ, ਪ੍ਰੈਕਟਿਸ ਵੀ ਇੰਟਰਸਟਿੰਗ ਹੋਣੀ ਚਾਹੀਦੀ। 'ਚ ਇੱਦਾਂ ਦੇ ਵਾਕ ਲਏ ਜਾ ਸਕਦੇ ਨੇ ਜਿਹੜੇ ਬੱਚਿਆਂ ਨੂੰ ਵਧੇਰੇ ਪਸੰਦ ਹੁੰਦੇ ਨੇ। ਬੱਚਿਆਂ ਨੂੰ ਖੇਡਣਾ ਪਸੰਦ ਹੈ, ਖੇਡਣ ਦੇ ਨਾਲ ਕੀਤਾ ਜਾ ਸਕਦਾ। ਮਤਲਬ ਪਲੇ ਵੀ ਵਰਬ ਹੈ, ਆਏ ਹੈ, ਮੈਂ ਆ, ਨਾਮ ਲੈ ਕੇ ਉਹਨਾਂ ਦੇ ਆਪਣੇ ਨਾਮ ਦੇ ਨਾਲ ਜੋੜ ਕੇ ਕੰਮ ਕਰਵਾਇਆ ਜਾ ਸਕਦਾ। ਫੰਕਸ਼ਨਲ ਗ੍ਰਾਮਰ ਪ੍ਰੈਫਰਡ, ਆਲਰੇਡੀ ਵੀ ਹੈਵ ਡਿਸਕਸ ਦਿਸ ਪੁਆਇੰਟ ਕਿ ਜੋ ਫੰਕਸ਼ਨਲ ਹੈ, ਜੋ ਯੂਜ਼ ਦੇ ਵਿੱਚ ਹੈ, ਉਸ ਗ੍ਰਾਮਰ ਨੂੰ ਜ਼ਿਆਦਾ ਜ਼ੋਰ ਦੇਣਾ। ਤਾਂ ਲਰਨਿੰਗ ਆਫ ਅ ਗ੍ਰਾਮਰ ਜਿਹੜਾ ਫਨ ਹੋਣਾ ਚਾਹੀਦਾ, ਨਾਟ ਅ ਬਰਡਨ ਨਹੀਂ ਹੋਣਾ ਚਾਹੀਦਾ। ਇਹ ਬ੍ਰਿੰਗਸ ਇਨ ਟੂ ਰਿਲੀਫ ਐਂਡ ਫਿਕਸਿਸ ਇਨ ਦਾ ਪੀਪਲਸ ਮਾਈਂਡ ਅ ਸਟੈਂਡਰਡ ਆਫ ਐਕੂਰੇਟ ਯੂਜ਼ਸ, ਉਹਨਾਂ ਨੂੰ ਆਰਾਮਦਾਇਕ ਢੰਗ ਨਾਲ ਸਹੀ ਯੂਜ਼, ਸਟੈਂਡਰਡਾਈਜ਼ਡ ਯੂਜ਼ ਜਿਹੜੀ ਇੰਗਲਿਸ਼ ਦੀ, ਉਹ ਸਿਖਾਵੇ। ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਹੁਣ ਆਪਾਂ ਜੇ ਕਨਕਲੂਜਨ 'ਤੇ ਆਈਏ, ਮੈਕਗ੍ਰੈਗਰ ਦੇ ਵਰਡ ਦੇ ਵਿੱਚ ਕਨਕਲੂਡ ਕਰੀਏ। ਜੇ ਤੁਹਾਨੂੰ ਇਹ ਯਾਦ ਰਹਿੰਦਾ ਐਜ਼ ਇਟ ਇਜ਼, ਯੂ ਕੈਨ ਰਾਈਟ, ਨਹੀਂ ਤਾਂ ਫਿਰ ਆਪਣੇ ਵਰਡਸ ਦੇ ਵਿੱਚ ਲਿਖ ਦੇਣਾ। ਇਫ ਵੀ ਆਰ ਟੂ ਟੀਚ ਦ ਗ੍ਰਾਮਰ ਆਫ ਇੰਗਲਿਸ਼ ਰੀਅਲਿਸਟਿਕਲੀ ਐਂਡ ਟਰੂਥਫੁਲੀ, then we must as soon as possible help our peoples to understand its concept of idiom in language। ਜੇ ਅਸੀਂ ਸਹੀ ਤਰੀਕੇ ਨਾਲ ਬੱਚਿਆਂ ਨੂੰ ਇੰਗਲਿਸ਼ ਸਿਖਾਉਣਾ ਚਾਹੁੰਦੇ ਹਾਂ, ਗ੍ਰਾਮਰ ਸਿਖਾਉਣਾ ਚਾਹੁੰਦੇ ਹਾਂ, ਤਾਂ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਦੇ ਵਿੱਚ ਈਡੀਅਮ, ਜਿਵੇਂ ਮੁਹਾਵਰਾ ਭਾਵ ਕਿ ਉਸੇ ਭਾਸ਼ਾ ਦੇ ਵਿੱਚ ਆਪਾਂ ਉਹਨਾਂ ਨੂੰ ਕੰਸੈਪਟ ਨੂੰ ਸਮਝਾਈਏ। ਬਿਕੋਜ਼ ਆਰ ਲੈਂਗੁਏਜ ਆਰ ਡਿਫਰੈਂਟ ਇਨ ਦਾ ਟੋਟਲ ਮੀਨ ਵਿਚ ਦੇ ਇੰਪਲੋਇਡ ਟੂ ਕਨਵੇ ਮੀਨਿੰਗ, ਕਿਉਂਕਿ ਹਰ ਭਾਸ਼ਾ ਦਾ ਆਪਣਾ ਮੀਨਿੰਗ ਹੈ। ਜਿਵੇਂ ਈਡੀਅਮ ਹੈ ਕੋਈ, ਮੰਨ ਲਓ ਆਪਾਂ ਇਹਦੇ ਵਿੱਚੋਂ ਹੀ ਲੈ ਰਹੇ ਹਾਂ ਕਿ ਪੰਜਾਬੀ ਦਾ ਆਪਣਾ ਮੁਹਾਵਰਾ ਆਪਣੇ ਤਰੀਕੇ ਦਾ ਮੀਨਿੰਗ ਹੋਏਗਾ, ਇੰਗਲਿਸ਼ ਦੇ ਵਿੱਚ ਆਪਣੇ ਤਰੀਕੇ ਦਾ। ਮਤਲਬ ਆਪਾਂ ਇਸ ਤਰ੍ਹਾਂ ਅਪਲਾਈ ਨਾ ਕਰੀਏ ਕਿ ਪੰਜਾਬੀ ਨੂੰ ਇੰਗਲਿਸ਼ ਦੇ ਵਿੱਚ ਅਪਲਾਈ ਨਾ ਕਰੀਏ, ਇੰਗਲਿਸ਼ ਨੂੰ ਇੰਗਲਿਸ਼ ਦੇ ਤਰੀਕੇ ਨਾਲ ਹੀ ਸਿੱਖਣ ਦੀ ਕੋਸ਼ਿਸ਼ ਕਰੀਏ। ਆਰਾਮ ਨਾਲ ਰੀਅਲਿਸਟਿਕ ਵੇ ਦੇ ਵਿੱਚ ਅੰਡਰਸਟੈਂਡ ਕਰਵਾਈਏ, ਬੱਚਿਆਂ ਨੂੰ ਕੰਸੈਪਟ ਅੰਡਰਸਟੈਂਡ ਕਰਵਾਈਏ ਪਹਿਲਾਂ, ਤਾਂ ਹੀ ਉਹ ਪ੍ਰੋਪਰ ਸਮਝ ਸਕਣਗੇ। ਤਾਂ ਜਿਹੜਾ ਗ੍ਰਾਮਰ ਹੈ ਉਹ ਕਿ ਪ੍ਰੈਗਮੈਟਿਕ ਮੈਨਰ ਦੇ ਵਿੱਚ
ਪ੍ਰੈਗਮੈਟਿਕ ਵੇ ਦੇ ਵਿੱਚ ਆਪਾਂ ਨੂੰ ਕਰਾਉਣਾ ਚਾਹੀਦਾ ਯੂਟਿਲਿਟੀ ਬੇਸਡ ਕਿ ਜਿੰਨਾ ਵਰਤਾ ਮੈਂ ਬਾਰ-ਬਾਰ ਇਹ ਪੁਆਇੰਟ ਡਿਸਕਸ ਕੀਤਾ ਕਿ ਵੀ ਹੈਵ ਟੂ ਟੀਚ ਜਾਂ ਵੀ ਸ਼ੁੱਡ ਟੀਚ ਦ ਗ੍ਰਾਮਰ to the classes, to the students according to their mentalities, according to their needs, according to their utilization, ਜੋ ਉਹਨਾਂ ਨੂੰ ਰੀਅਲ ਲਾਈਫ ਦੇ ਵਿੱਚ ਉਨੀ ਕੇਸ ਵਾਲਿਆਂ ਨੂੰ ਲੋੜ ਪੈਂਦੀ ਹੈ ਉਹਨਾਂ ਕੁ ਆਪਾਂ ਕਰਵਾਈਏ। ਵੀ ਸ਼ੁੱਡ ਨਾਟ ਟੇਕ ਮੀਨਿੰਗ ਆਫ ਗ੍ਰਾਮਰ ਇਨ ਸਪੈਲਿੰਗਸ ਪੰਕਚੁਏਸ਼ਨ, ਆਈ ਨਹੀਂ ਕਿ ਨਿੱਕੇ ਨਿੱਕੇ ਸਪੈਲਿੰਗਸ ਅਤੇ ਪੰਕਚੁਏਸ਼ਨ ਤੱਕ ਹੀ ਸੀਮਤ ਕਰਦੇ ਗ੍ਰਾਮਰ ਨੂੰ। ਇਟ ਮਸਟ ਨਾਟ ਹਿੰਡਰ ਕ੍ਰੀਏਟੀਵਿਟੀ ਆਫ ਦ ਸਟੂਡੈਂਟਸ, ਉਹਨਾਂ ਦੀ ਕ੍ਰੀਏਟੀਵਿਟੀ ਨੂੰ ਖਤਮ ਨਾ ਕਰੀਏ। ਉਹਨਾਂ ਨੂੰ ਕੋਈ ਆਪਾਂ ਕੁਛ ਲਿਖਣ ਨੂੰ ਕਹਿੰਦੇ ਹਾਂ ਕੰਪੋਜੀਸ਼ਨ ਤਾਂ ਪਹਿਲਾਂ ਹੀ ਅਸੀਂ ਗ੍ਰਾਮਰ 'ਤੇ ਨਾ ਆ ਜਾਈਏ, ਉਹਨਾਂ ਨੂੰ ਕੰਪੋਜ਼ ਕਰਨ ਦੇਈਏ, ਲਿਖਣ ਦੀ ਆਪਣੇ ਆਈਡੀਆਜ਼ ਪ੍ਰਗਟ ਕਰਨਾ ਚਾਹੁੰਦੇ ਸਪੋਕਨ ਦੇ ਵਿੱਚ ਤਾਂ ਬਿਲਕੁਲ ਹੀ ਆਪਾਂ ਗ੍ਰਾਮਰ ਅਤੇ ਕਰੈਕਸ਼ਨ 'ਤੇ ਧਿਆਨ ਨਾ ਦੇਈਏ, ਫਲੂਐਂਸੀ 'ਤੇ ਧਿਆਨ ਦੇਈਏ ਅਤੇ ਕੀ ਉਹਨਾਂ ਕੋਲ ਮਤਲਬ ਵਰਡਸ ਉਹ ਕਰ ਰਹੇ ਨੇ ਬਾਹਰ ਕੱਢ ਰਹੇ ਨੇ ਇਸ 'ਤੇ ਧਿਆਨ ਦੇਈਏ। ਸਟੂਡੈਂਟਸ ਕੈਨ ਫਰੀਲੀ ਟਰਾਈ ਟੂ ਸਪੀਕ ਐਂਡ ਰਾਈਟ ਐਂਡ ਯੂਜ਼ ਐਂਡ ਲਰਨ ਗ੍ਰਾਮਰ ਨੈਚੁਰਲੀ, ਤਾਂ ਕਿ ਜਿਹੜੇ ਵਿਦਿਆਰਥੀ ਨੇ ਫਰੀ ਤਰੀਕੇ ਨਾਲ, ਆਰਾਮਦਾਇਕ ਤਰੀਕੇ ਨਾਲ, ਕੁਦਰਤੀ ਤਰੀਕੇ ਨਾਲ ਗ੍ਰਾਮਰ ਨੂੰ ਸਿੱਖ ਸਕਣ, ਬੋਰ ਮਹਿਸੂਸ ਨਾ ਕਰਨ, ਔਖਾ ਮਹਿਸੂਸ ਨਾ ਕਰਨ। ਕਈ ਵਾਰੀ ਹੁੰਦਾ ਕਿ ਪਹਿਲਾਂ ਹੀ ਆਪਾਂ ਕੋਈ ਔਖੀ ਚੀਜ਼ ਸਟਾਰਟ ਕਰ ਦਈਏ ਤਾਂ ਬੱਚੇ ਜਿਹੜੇ ਫਸਟ ਦੇ ਵਿੱਚ ਹੀ ਕਿਟ ਕਰ ਜਾਂਦੇ ਨੇ ਅਤੇ ਜਿਸ ਦੇ ਨਾਲ ਉਹਨਾਂ ਦੀ ਲਰਨਿੰਗ ਜਿਹੜੀ ਕੈਪੈਸਿਟੀ ਹੈ ਜਾਂ ਲਰਨਿੰਗ ਐਬਿਲਿਟੀ ਹੈ ਉਹ ਜਿਹੜੀ ਹੈ ਹਿੰਡਰ ਹੁੰਦੀ ਹੈ, ਰੁਕਾਵਟ ਆਉਂਦੀ ਹੈ ਉਹਦੇ ਵਿੱਚ। ਤਾਂ ਇਸ ਤਰ੍ਹਾਂ ਅਸੀਂ ਗ੍ਰਾਮਰ ਨੂੰ ਮੀਨਿੰਗਫੁਲ ਅਤੇ ਫਨ ਐਕਟੀਵਿਟੀ ਦੇ ਰੂਪ ਵਿੱਚ ਲੈ ਸਕਦੇ ਹਾਂ ਅਤੇ ਕਰਵਾ ਸਕਦੇ ਹਾਂ। ਜਦੋਂ ਕਿ ਗ੍ਰਾਮਰ ਆਪਣੇ ਆਪ 'ਚ ਇੱਕ ਡਰਾਈ ਸਬਜੈਕਟ ਮੰਨਿਆ ਜਾਂਦਾ, ਡਰਾਈ ਵਿਸ਼ਾ ਮੰਨਿਆ ਜਾਂਦਾ ਕਿ ਇਹ ਮਤਲਬ ਬੋਰ ਕਰਦੇ ਅਤੇ ਦਿਮਾਗ 'ਤੇ ਜ਼ਿਆਦਾ ਸਟਰੈਸ ਅਤੇ ਬਰਡਨ ਪਾਉਂਦੇ। ਪਰ ਆਪਾਂ ਇਸ ਨੂੰ ਮੀਨਿੰਗਫੁਲ ਅਤੇ ਫਨ ਕਿਵੇਂ ਬਣਾ ਸਕਦੇ ਹਾਂ ਇਹ ਵੀ ਸਾਡੇ 'ਤੇ ਡਿਪੈਂਡ ਕਰਦਾ ਹੁੰਦਾ। ਤਾਂ ਕਾਫੀ ਲੌਂਗ ਜਿਹੜੇ ਕੁਐਸਚਨ ਹੈ, ਕਾਫੀ ਸਮਾਂ ਲੱਗ ਗਿਆ ਬੇਟਾ, ਅਤੇ ਪਰ ਆਈ ਥਿੰਕ ਇਹਦੇ ਵਿੱਚੋਂ ਸ਼ੋਰਟ ਟੋਪਿਕਸ ਵੀ ਤੁਹਾਨੂੰ ਸਮਝ ਆ ਗਏ ਹੋਣਗੇ ਔਰ ਲੌਂਗ ਕੁਐਸਚਨ ਦੇ ਰੂਪ 'ਚ ਵੀ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਤਾਂ ਬਹੁਤ ਵਧੀਆ ਬੇਟਾ, ਆਪਣੇ ਪੇਪਰਾਂ ਦੀ ਤਿਆਰੀ ਜਾਰੀ ਰੱਖੋ ਅਤੇ ਚੰਗੀ ਤਰ੍ਹਾਂ ਟੋਪਿਕਸ ਜਿਹੜੇ ਆ ਉਹ ਕਰੋ। ਓਕੇ ਬੇਟਾ, ਥੈਂਕ ਯੂ।